ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਸ਼ਾਨੇ ਸਿੱਖੀ ਪੰਜ ਹਰਫੇ ਕਾਫ, ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ। ਕੜਾਕਾਰ ਦੋ ਕਚ ਕੰਗਾ ਬਿਦਾ, ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾ। ਗੁਰੂ ਸਾਹਿਬ ਜੀ ਆਪਣਾ ਫੁਰਮਾਨ ਦੱਸਦੇ ਹਨ ਕਿ ਸਿੱਖ ਨੂੰ ਕਕਾਰ ਧਾਰਨ ਕਰਨੇ ਦੀ ਛੋਟ ਨਹੀਂ ਹੈ। ਸਿੱਖੀ ਦੇ ਪੰਜ ਕਕਾਰ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਹੈ। ਅੱਜ ਜੇਕਰ ਨੌਜਵਾਨ ਇਹਨਾਂ ਕਕਾਰਾਂ ਨੂੰ ਧਾਰਨ ਕਰਨ ਵਾਸਤੇ ਤਿਆਗ ਨਹੀਂ ਹੈ ਤਾਂ ਇਸ ਵਿੱਚ ਕਮਜ਼ੋਰੀ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਇਹਨਾਂ ਕਕਾਰਾਂ ਦੀ ਮਹੱਤਤਾ ਬਾਰੇ ਦੱਸ ਨਹੀਂ ਸਕੇ। ਇਸੇ ਲਈ ਨੌਜਵਾਨ ਆਮ ਸਵਾਲ ਕਰਦੇ ਹਨ ਕਿ ਧਰਮ ਵਿੱਚ ਰਹਿਣ ਦੀ ਕੀ ਲੋੜ ਹੈ, ਕਿਉਂ ਧਾਰਨ ਕੀਤੇ ਜਾਣ, ਅੰਮ੍ਰਿਤ ਛਕਣ ਦੀ ਜ਼ਰੂਰਤ ਕਿਉਂ ਹੈ। ਬਹੁਤ ਸਾਰੇ ਸਿੱਖ ਅਜੇ ਵੀ ਮਿਲਦੇ ਹਨ ਜੋ ਕੇਸਧਾਰੀ ਹਨ, ਗੁਰਦੁਆਰੇ ਵੀ ਜਾਂਦੇ ਹਨ, ਕੀਰਤਨ ਕਥਾ ਵੀ ਸਵਰਨ ਕਰਦੇ ਹਨ, ਪਰੰਤੂ ਜਦੋਂ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਅੰਮ੍ਰਿਤ ਨੂੰ ਇੱਕ ਔਖੀ ਘਾਟੀ ਦੱਸ ਕੇ ਅੰਮ੍ਰਿਤ ਛਕਣ ਤੋਂ ਇਨਕਾਰੀ ਹੋ ਜਾਂਦੇ ਹਨ। ਕਈ ਇਸ ਕਰਕੇ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਸਿੱਖੀ ਤਾਂ ਮਨ ਦੀ ਚਾਹੀਦੀ ਹੈ, ਤਨ ਦੀ ਨਹੀਂ। ਔਰ ਕਈ ਸਿੱਖ ਅਜਿਹੇ ਵੀ ਮਿਲਦੇ ਹਨ ਜਿਹੜੇ ਕੇਸ, ਕੰਗਾ, ਕੜਾ ਅਤੇ ਕਛਹਿਰੇ ਦੇ ਧਾਰਨੀ ਹੁੰਦੇ ਹਨ, ਪਰ ਅੰਮ੍ਰਿਤ ਇਸ ਕਰਕੇ ਨਹੀਂ ਛਕਣਾ ਚਾਹੁੰਦੇ ਕਿ ਅੰਮ੍ਰਿਤ ਛਕ ਕੇ ਗਾਤਰੇ ਕਿਰਪਾਨ ਧਾਰਨੀ ਕਰਨੀ ਪਏ ਵੀ। ਇਹ ਸਭ ਇਸ ਕਰਕੇ ਹੈ ਕਿ ਸਾਨੂੰ ਪੰਜ ਕਕਾਰਾਂ ਦੀ ਮਹੱਤਤਾ ਦਾ ਪਤਾ ਨਹੀਂ। ਜੇ ਸਾਨੂੰ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਇਹਨਾਂ ਕਕਾਰਾਂ ਦੇ ਸਰੂਪ ਦੀ ਅਹਿਮੀਅਤ ਦਾ ਪਤਾ ਲੱਗ ਜਾਏ ਤਾਂ ਕਕਾਰਾਂ ਬਾਰੇ ਸਾਡੇ ਮਨਾਂ ਵਿੱਚ ਸ਼ੰਕੇ ਉਤਪੰਨ ਨਾ ਹੋਣ। ਜਿਸ ਤਰ੍ਹਾਂ ਇੱਕ ਖੇਤ ਅੰਦਰ ਬੀਜ ਪਾਉਣਾ ਨਿਹਾਇਤ ਜ਼ਰੂਰੀ ਹੈ, ਉੱਥੇ ਫਸਲ ਦੀ ਰਾਖੀ ਲਈ ਵਾੜ ਲਾਉਣਾ ਵੀ ਘੱਟ ਜ਼ਰੂਰੀ ਨਹੀਂ ਹੈ। ਇਸੇ ਤਰ੍ਹਾਂ ਜਿੱਥੇ ਆਪਣੇ ਅੰਦਰ ਖਾਲਸੇ ਵਾਲੇ ਗੁਣ ਪੈਦਾ ਕਰਨੇ ਹਨ, ਅਤਿਅੰਤ ਜ਼ਰੂਰੀ ਹਨ, ਉੱਥੇ ਪੰਜ ਕਕਾਰਾਂ ਨੂੰ ਜੋ ਸਿੱਖੀ ਦੇ ਗੁਣਾਂ ਦੀ ਵਾੜ ਰੂਪ ਹਨ, ਧਾਰਨ ਕਰਨੇ ਅਤ ਜ਼ਰੂਰੀ ਹਨ। ਜੇ ਅੱਜ ਸਿੱਖ ਧਰਮ ਦੀ ਵਿਲੱਖਣਤਾ ਹੈ ਤਾਂ ਕੇਵਲ ਇਸੇ ਕਰਕੇ ਕਿ ਕਲਗੀਧਰ ਪਿਤਾ ਨੂੰ ਸਾਡੇ ਕਲਗੀਧਰ ਪਿਤਾ ਜੀ ਨੇ ਸਾਨੂੰ ਨਿਆਰਾ ਸਰੂਪ ਬਖਸ਼ਿਆ ਹੈ। ਜੇ ਸਾਡਾ ਇਹ ਪੰਜ ਕਕਾਰਾਂ ਵਾਲਾ ਸਰੂਪ ਕਾਇਮ ਨਾ ਹੁੰਦਾ ਤਾਂ ਸਿੱਖ ਧਰਮ ਵੀ ਹੋਰਨਾਂ ਮਤਾਂ ਵਾਂਗੂ ਬ੍ਰਾਹਮਣਵਾਦ ਦੇ ਪੇਟ ਵਿੱਚ ਬੁਰੀ ਤਰ੍ਹਾਂ ਗਰਕ ਹੋ ਜਾਂਦਾ। ਅੱਜ ਦੁਨੀਆ ਦੇ ਹਰ ਕੋਨੇ ਵਿੱਚ ਜਿੱਥੇ ਵੀ ਸਿੱਖਾਂ ਨੇ ਆਪਣੀ ਇਸ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ, ਉੱਥੇ ਹੀ ਉਹਨਾਂ ਦੀ ਹੋਂਦ ਇੱਕ ਵੱਖਰੇ ਕੌਮ ਦੇ ਵਿੱਚ ਸਥਾਈ ਰੂਪ ਵਿੱਚ ਪ੍ਰਗਟ ਹੋਈ ਹੈ। ਕੇਸ, ਦਾੜੀ ਅਤੇ ਸਿਰ ਦੀ ਦਸਤਾਰ ਸਿੱਖ ਪਾਸ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੋਈ ਮੋਹਰ ਹੈ। ਜਿਸ ਤਰ੍ਹਾਂ ਹਰ ਫੌਜੀ ਕਰਮਚਾਰੀ ਪਾਸ ਸ਼ਨਾਖਤੀ ਕਾਰਡ ਯਾਨੀ ਆਈਡੈਂਟੀ ਕਾਰਡ ਹੈ, ਉਸੇ ਤਰ੍ਹਾਂ ਦਾੜੀ, ਕੇਸ, ਸਿਰ ਉੱਪਰ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸੇ ਦੀ ਵਿਚਾਰਧਾਰਾ ਦੀ ਸਿੱਖ ਦਾ ਬਖਸ਼ਿਆ ਹੋਇਆ ਖਾਸ ਰੂਪ ਹੈ। ਇਹ ਨਿਆਰਾ ਰੂਪ ਹੈ, ਨਿਆਰਾ ਰੂਪ ਪ੍ਰਗਟ ਕਰਦਾ ਹੈ। ਕਈ ਗੁਰਮਤਿ ਤੋਂ ਅਜਾਣ ਵੀਰ ਇਹ ਕਹਿ ਦਿਆ ਕਰਦੇ ਹਨ ਜੇ ਕਦੀ ਸਿੱਖ ਵਾਸਤੇ ਕੇਸ, ਦਾੜੀ, ਸਾਬਤ ਸੂਰਤ ਦੀ ਬੰਦਸ਼ ਨਾ ਹੋਵੇ ਤਾਂ ਸਾਰੇ ਹੀ ਸਿੱਖ ਬਣ ਜਾਣ। ਅਜਿਹੀ ਸੋਚਣੀ ਬੜੀ ਬੇਸ਼ਰਮੀ ਵਾਲੀ ਤੇ ਹਾਸੋਹੀਣੀ ਹੈ। ਜੇਕਰ ਅਸੀਂ ਦਾੜੀ ਨੂੰ, ਕੇਸਾਂ ਨੂੰ ਆਪਣਾ ਵਿਲੱਖਣ ਰੂਪ ਨੂੰ ਹੀ ਖਤਮ ਕਰ ਦਿੱਤਾ ਤਾਂ ਫਿਰ ਸਿੱਖ ਕਿਸ ਚੀਜ਼ ਦਾ ਹੈ। ਯਾਦ ਰੱਖਣਾ, ਜਿਸ ਦਿਨ ਅਸੀਂ ਆਪਣਾ ਸਿੱਖੀ ਸਰੂਪ ਗਵਾ ਦੇਵਾਂਗੇ ਉਸੇ ਵਕਤ ਸਾਡੀ ਸਰਦਾਰੀ ਖਤਮ ਹੋ ਜਾਏਗੀ। ਪੁਰਾਤਨ ਗੁਰਸਿੱਖਾਂ ਦੀਆਂ ਸਾਰੀਆਂ ਪਾਵਨ ਸ਼ਹੀਦੀਆਂ ਕੇਵਲ ਇਸੇ ਕਰਕੇ ਹੀ ਹੋਈਆਂ ਹਨ ਕਿ ਸਾਡਾ ਵੱਖਰਾ ਸਰੂਪ ਕਾਇਮ ਰਹਿ ਸਕੇ। ਜੇਕਰ ਖਾਲਸਾ ਪੰਥ ਦੀ ਜਥੇਬੰਦੀ ਨੂੰ ਹੁਣ ਤੱਕ ਬਚਾਈ ਰੱਖਿਆ ਹੈ ਤੇ ਬਚਾਉਂਦੇ ਰਹਿਣਗੇ, ਇਹ ਗੁਰਸਿੱਖ ਦੇ ਅਡਰੇ ਰੂਪ ਵਾਲੇ ਦਾੜੀ ਤੇ ਕੇਸ ਹੀ ਹਨ। ਗੁਰੂ ਸਾਹਿਬ ਜੀ ਨੇ ਕੇਸ ਰੱਖਣ ਦੇ ਅਸੂਲ ਨੂੰ ਲਾਜ਼ਮੀ ਕਰਾਰ ਕਰਕੇ ਇੱਕ ਐਸੀ ਕਸਵੱਟੀ ਬਣਾ ਦਿੱਤੀ ਕਿ ਜਦੋਂ ਵੀ ਕਿਧਰੇ ਕੋਈ ਵੀ ਤਰੇੜ ਪੈਂਦੀ ਨਜ਼ਰ ਆਏ, ਕਿਧਰੇ ਵੀ ਕੋਈ ਆਪਣੇ ਇਸ ਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇ ਤਾਂ ਫਟ ਪਤਾ ਲੱਗ ਜਾਂਦਾ ਹੈ ਇਹ ਕਿੰਨੀ ਢਾਹ ਲੱਗ ਚੁੱਕੀ ਹੈ। ਤੇ ਜਦੋਂ ਇਹ ਢਾਹ ਲੱਗੀ ਨਜ਼ਰ ਆਏ ਤਾਂ ਉਸ ਸਮੇਂ ਖਾਲਸਾ ਪੰਥ ਸਾਵਧਾਨ ਹੋ ਜਾਏ, ਇਸ ਨੂੰ ਰੋਕਣ ਲਈ ਉਪਰਾਲਾ ਕਰੇ। ਜਿਸ ਤਰ੍ਹਾਂ ਕੇਸ ਰੱਖਣਾ ਜ਼ਰੂਰੀ ਹੈ, ਉਸੇ ਤਰ੍ਹਾਂ ਕੇਸਾਂ ਦੀ ਸੰਭਾਲ ਦਾ ਜ਼ਰੂਰਤ ਵਾਸਤੇ ਕੰਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲਾਜ਼ਮੀ ਕੀਤਾ। ਦੋਨੋਂ ਵਕਤ ਕੰਗਾ ਕਰਨਾ ਸਫਾਈ ਦੀ ਨਿਸ਼ਾਨੀ ਹੈ। ਇਹਦੇ ਨਾਲ ਹੀ ਸਿੱਖਾਂ ਦੇ ਕੇਸਾਂ ਵਿੱਚ ਸਾਂਭਿਆ ਹੋਇਆ ਕੰਗਾ ਹਰ ਵੇਲੇ ਇਹ ਚੇਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਦੇ ਸਦਾ ਚੁਸਤ ਅਤੇ ਸਾਫ਼ ਸੁਥਰਾ ਰਹਿਣਾ ਹੈ। ਇਸ ਲਈ ਰਹਿਤਨਾਮਿਆਂ ਵਿੱਚ ਸਿੱਖ ਵਾਸਤੇ ਸਵੇਰੇ ਸ਼ਾਮ ਦੋਨੋਂ ਵਕਤ ਕੰਗਾ ਕਰਨ ਦਾ ਹੁਕਮ ਹੈ। ਵਿਗਿਆਨਿਕ ਵੀ ਮੰਨਦੇ ਹਨ ਕਿ ਕੰਗੇ ਨਾਲ ਜਿਹੜੀਆਂ ਖਿਚਾਓ ਪੈਦਾ ਹੁੰਦਾ ਹੈ, ਉਸ ਦੇ ਨਾਲ ਇੱਕ
ਪੰਚਰ ਦਾ ਕੰਮ ਕਰਦਾ ਹੈ, ਜੋ ਸਿਰ ਦਰਦ ਅਤੇ ਕਈ ਬਿਮਾਰੀਆਂ ਤੋਂ ਸਾਨੂੰ ਰਾਹਤ ਮਿਲਦੀ ਹੈ। ਕੰਘੇ ਨਾਲ ਜੋ ਵਿਦਿਅਕ ਤਰੰਗਾਂ ਨਿਕਲਦੀਆਂ ਹਨ, ਇਹ ਗੁੱਸੇ ਨੂੰ ਵੀ ਨਿਯੰਤਰਿਤ ਕਰਦੀਆਂ ਹਨ। ਸਿੱਖ ਦੀ ਬਾਂਹ ਵਿੱਚ ਪਿਆ ਕਰਵਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵੀਣੀ ਦੀ, ਜਿਸ ਦੁਆਲੇ ਸਾਡੇ ਵਰਗਾ ਲੋਹੇ ਦਾ ਕੜਾ ਸ਼ੋਭਦਾ ਸੀ, ਜੋ ਬਾਂਹ ਦੀਨਾਂ ਤੇ ਦੁਨੀਆ ਦੀ ਰੱਖਿਆ ਉੱਪਰ ਉੱਠਦੀ ਸੀ, ਜਿਸ ਬਾਂਹ ਅੰਦਰ ਦੁਸ਼ਟਾਂ ਨੂੰ ਜੜ ਉਖੇੜਨ ਦੇ ਨਿਰਭੈ ਬਲ ਸੀ। ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਮਹਾਨ ਤੋਹਫਾ ਹੈ। ਇਹ ਯਾਦ ਕਰਵਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਦੇ ਉਸ ਕਾਂਡ ਦੀ, ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪੱਕ ਹੋ ਕੇ ਵਹਿਮਾਂ ਭਰਮਾਂ ਅਤੇ ਸ਼ੰਕਿਆਂ ਤੋਂ ਉੱਚੇ ਹੋ ਗਏ ਸਨ। ਜਦੋਂ ਗੁਰਮਤਿ ਦੇ ਪ੍ਰੇਮੀਆਂ ਨੂੰ ਨਾ ਤਾਂ ਕੋਈ ਦੇਵੀ ਦੇਵਤਾ ਡਰਾ ਸਕਦਾ ਸੀ ਤੇ ਨਾ ਹੀ ਕੋਈ ਪ੍ਰੇਮੀ। ਸਿੱਖ ਦੀ ਬਾਂਹ ਵਿੱਚ ਪਿਆ ਹੋਇਆ ਕੜਾ ਯਾਦ ਦਿਵਾਉਂਦਾ ਹੈ ਗੁਰੂ ਸਾਹਿਬ ਜੀ ਦੀ ਉਸ ਵੀਣੀ ਦੀ, ਜਿਸ ਦੁਆਲੇ ਸਾਡੇ ਵਰਗਾ ਲੋਹੇ ਦਾ ਕੜਾ ਸ਼ੋਭਦਾ ਸੀ, ਜੋ ਬਾਹਾਂ ਦੀਨਾਂ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ, ਜਿਸ ਬਾਂਹ ਅੰਦਰ ਦੁਸ਼ਟਾਂ ਨੂੰ ਜੜੋਂ ਉਖੇੜਨ ਦੇ ਨਿਰਭੈ ਬਲ ਸੀ। ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫਾ ਹੈ। ਇਹ ਯਾਦ ਕਰਾਉਂਦਾ ਹੈ ਗੁਰੂ ਇਤਿਹਾਸ ਦੇ ਉਸ ਕਾਂਡ ਦੀ, ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪਰਪੱਕ ਹੋ ਕੇ ਵਹਿਮਾਂ ਭਰਮਾਂ ਅਤੇ ਸ਼ੰਕਿਆਂ ਦੇ ਤੋਂ ਉੱਚੇ ਹੋ ਗਏ ਸਨ। ਜਦੋਂ ਗੁਰਮਤਿ ਦੇ ਪ੍ਰੇਮੀਆਂ ਨੂੰ ਨਾ ਕੋਈ ਦੇਵੀ ਦੇਵਤਾ ਡਰਾ ਸਕਦਾ ਸੀ, ਨਾ ਹੀ ਕੋਈ ਸ਼ਨੀ ਦੇਵਤੇ ਦਾ ਭੈ ਮੰਨਣ ਵਾਸਤੇ ਤਿਆਰ ਸਨ। ਜਦੋਂ ਇੱਕ ਵੇਦੇ ਬ੍ਰਾਹਮਣ ਨੇ ਸਿੱਖਾਂ ਨੂੰ ਕਿਹਾ ਕਿ ਸ਼ਨੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਦਾਨ ਦਿਓ, ਤਾਂ ਸਿੱਖਾਂ ਨੇ ਉਸ ਬ੍ਰਾਹਮਣ ਨੂੰ ਗੁਰਮਤਿ ਦੀ ਸੋਝੀ ਦਿੱਤੀ ਅਤੇ ਕਿਹਾ ਕਿ ਅਸੀਂ ਕਿਸੇ ਦੇਵਤੇ ਨੂੰ ਨਹੀਂ ਮੰਨਦੇ। ਪਰ ਬ੍ਰਾਹਮਣ ਦੇ ਬਾਰ-ਬਾਰ ਕਹਿਣ ਤੇ ਨਾ ਟਲਿਆ, ਤਾਂ ਸਿੱਖਾਂ ਨੇ ਉਸ ਤੇਲ ਨੂੰ ਦਾ ਬਾਟਾ ਖੋਲ੍ਹਿਆ ਤੇ ਉਸ ਨੂੰ ਦੱਸ ਦਿੱਤਾ ਕਿ ਜਦੋਂ ਵੀ ਗੁਰਮਤਿ ਸਮਝ ਆਈ ਹੈ, ਉਹ ਸਾਰੇ ਭਾਰੇ ਹੋਲੇ ਦਿਨ ਖਤਮ ਹੋ ਜਾਂਦੇ ਹਨ। ਸਾਡਾ ਭਰਮ ਦਾ ਗੜ੍ਹ ਟੁੱਟ ਗਿਆ ਹੈ। ਉਹ ਸਿੱਖਾਂ ਨੇ ਤੇਲ ਵਿੱਚੋਂ ਬੜੇ ਬਣਾ ਕੇ ਸੰਗਤਾਂ ਨੂੰ ਛਕਾਏ ਅਤੇ ਲੋਹੇ ਦੇ ਬਾਟੇ ਨੂੰ ਕੜੇ ਬਣਾ ਕੇ ਹੱਥਾਂ ਵਿੱਚ ਪਹਿਨ ਲਿਆ। ਜਦੋਂ ਗੁਰੂ ਸਾਹਿਬ ਜੀ ਨੇ ਇਹ ਸਭ ਕੁਝ ਵੇਖਿਆ ਤਾਂ ਬੜੇ ਪ੍ਰਸੰਨ ਹੋਏ ਅਤੇ ਫਰਮਾਇਆ, ਤੁਸੀਂ ਵਹਿਮਾਂ ਦੀ ਲੰਮੀ ਦੌੜ ਜਿੱਤ ਲਈ ਹੈ। ਸਿੱਖ ਦੇ ਹੱਥ ਵਿੱਚ ਪਿਆ ਹੋਇਆ ਕੜਾ ਇਸ ਗੱਲ ਦੀ ਪੱਕੀ ਨਿਸ਼ਾਨੀ ਹੈ ਕਿ ਸਿੱਖ ਵਹਿਮੀ ਨਹੀਂ ਹੋ ਸਕਦਾ। ਉਹ ਕਿਸੇ ਸ਼ਗਨ ਅਪਸ਼ਗਨ ਨੂੰ ਨਹੀਂ ਮੰਨਦਾ। ਸਿੱਖ ਦੇ ਹੱਥ ਵਿੱਚ ਕੜਾ ਪਾ ਕੇ ਸਾਰੇ ਸ਼ਨੀ ਅਤੇ ਮੰਗਲ ਜਿੱਤ ਲੈਂਦਾ ਹੈ। ਪਰ ਅੱਜ ਅਸੀਂ ਇਸ ਜੇ ਕੜੇ ਦੀ ਮਹਾਨਤਾ ਨੂੰ ਨਾ ਸਮਝੀਏ, ਤਾਂ ਕੜਾ ਪਹਿਨ ਕੇ ਵੀ ਸ਼ਰਮਿਚਰ ਦਾ ਭੈ ਆਪਣੇ ਅੰਦਰ ਰੱਖੀਏ, ਇਹ ਸਾਡੇ ਵਾਸਤੇ ਬਹੁਤ ਮੰਦਭਾਗੀ ਹੋਏਗੀ। ਦੇ ਅੰਦਰ ਕੋਈ ਵੀ ਸ਼ੰਕਾ, ਵਹਿਮ ਭਰਮ, ਸ਼ਨੀ ਆਦਿ ਦਾ ਡਰ ਹੈ, ਤਾਂ ਸਮਝ ਲੈਣਾ ਅਸੀਂ ਕੜੇ ਦੀ ਅਹਿਮਤਾ ਨੂੰ ਅਜੇ ਤੱਕ ਸਮਝਿਆ ਹੀ ਨਹੀਂ। ਇਸੇ ਤਰ੍ਹਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਰਪਾਨ ਗੁਰੂ ਸਾਹਿਬ ਜੀ ਦੀ ਉਹ ਨਿਸ਼ਾਨੀ ਹੈ ਜਿਹੜੀ ਕਲਗੀਧਰ ਪਿਤਾ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਪਹਿਨਾਈਆਂ ਹੋਈਆਂ ਸਨ ਤੇ ਕਿਹਾ ਸੀ, ਬੇਟਾ ਇਹ ਦੁਸ਼ਟ ਦਮਨ ਦੀ, ਇਹ ਦੁਸ਼ਟ ਦਾਮਨੀ ਹੈ, ਧਰਮ ਦੇ ਦੁਖੀਆਂ ਦੀ। ਇਹ ਸੂਚਕ ਹੈ ਮੇਰੇ ਅਕਾਲ ਦੀ ਸ਼ਕਤੀ ਦੀ। ਜਾਓ ਅਤੇ ਇਸ ਨੂੰ ਵਾਹੋ ਪੂਰੇ ਬਲ ਨਾਲ ਅਤੇ ਇਸੇ ਨਿਸ਼ਚੇ ਨਾਲ ਕਿ ਅਧਰਮ ਦਾ ਨਾਸ਼ ਹੋਣਾ ਅਵਸ਼ ਹੈ ਤੇ ਧਰਮ ਦੀ ਜੈ ਜੈਕਾਰ ਹੋਣੀ ਜ਼ਰੂਰੀ ਹੈ। ਗਾਤਰੇ ਵਿੱਚ ਪਾਈ ਹੋਈ ਕਿਰਪਾਨ ਨਿਸ਼ਾਨੀ ਹੈ ਉਸ ਕ੍ਰਾਂਤੀ ਦੀ, ਜੋ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਲ ਦੇ ਮੁਰਦੇ ਹੋਏ ਚੁੱਕੇ ਭਾਰਤ ਦੇ ਅੰਦਰ ਲਿਆਂਦੀ। ਦੁਨੀਆ ਨੇ ਅਨੇਕ ਕ੍ਰਾਂਤੀਆਂ ਕੀਤੀਆਂ ਹਨ। ਇਹ ਕ੍ਰਾਂਤੀ ਵੱਖੋ ਵੱਖਰੇ ਦੇਸ਼ ਵਾਸੀਆਂ ਦੀਆਂ ਲੋੜਾਂ ਅਤੇ ਹਾਲਾਤਾਂ ਅਨੁਸਾਰ ਵੱਖ-ਵੱਖ ਰੂਪ ਲੈਂਦੀਆਂ ਹਨ। ਪਰ ਭਾਵੇਂ ਇਹ ਫਰਾਂਸ ਦੀ ਰਾਜ ਦੀ ਕ੍ਰਾਂਤੀ ਹੋਵੇ ਜਾਂ ਰੂਸ ਦੀ, ਹਰ ਕ੍ਰਾਂਤੀ ਆਪਣੀ ਆਪਣੀ ਵਿਚਾਰਧਾਰਾ ਤੇ ਆਪਣੇ ਰੂਪ ਰੇਖਾ ਹੈ। ਗੁਰੂ ਸਾਹਿਬ ਜੀ ਨੇ ਕ੍ਰਾਂਤੀ ਸੰਸਾਰ ਅੰਦਰ ਜੋ ਲਿਆਈ, ਉਸ ਨੂੰ ਮਨੁੱਖੀ ਜੀਵਨ ਦੀ ਕ੍ਰਾਂਤੀ ਕਹਿੰਦੇ ਹਨ। ਆਪ ਨੇ ਸੰਸਾਰ ਨੂੰ ਐਸੀ ਜੀਵਨ ਜਾਚ ਸਿਖਾ ਦਿੱਤੀ ਜੋ ਸੁਮੇਲ ਦੀ ਨਿਵਰਤੀ ਅਤੇ ਪ੍ਰਵਿਰਤੀ ਦਾ, ਤਿਆਗ ਤੇ ਰਹਿਣ ਦਾ, ਰਾਜ ਤੇ ਜੋਗ ਦਾ, ਧਰਮ ਤੇ ਸੁਰਗਮਤਾ ਦਾ, ਸੁਰਮਗਤੀ ਦਾ, ਅਹਿੰਸਕ ਅਤੇ ਦੁਸ਼ਟ ਦਮਨ ਹੋਣ ਦਾ, ਵਿਰਾਗ ਅਤੇ ਗਿਆਨ ਦਾ, ਧੀਰਜ ਤੇ ਬਿਰਹਾ ਦਾ, ਅਜਿਹੇ ਸੁਵੇਲ ਵਾਲੀ ਕ੍ਰਾਂਤੀ ਦਾ ਚਿੱਤਰ ਖਿੱਚਦੇ ਹਨ। ਆਪ ਨੇ ਫਰਮਾਇਆ ਕਿ ਇਸ ਕ੍ਰਾਂਤੀ ਨੂੰ ਕਬੂਲਣ ਵਾਲਾ ਸੰਤ ਸਿਪਾਹੀ ਜੰਗ ਦੇ ਖੇਤਰ ਅੰਦਰ ਤਲਵਾਰ ਵਾਂਦਾ ਹੋਇਆ ਸਦਾ ਵਾਹਿਗੁਰੂ ਜੀ ਦੇ ਭੈ ਵਿੱਚ ਰਹੇਗਾ। ਔਰ ਦੁਨੀਆ ਅੰਦਰ ਜਦ ਵੀ ਖੜਦਾ ਹੋਇਆ
ਆਪਣੇ ਸਰੀਰ ਨੂੰ ਨਾਸ਼ਵਾਨ ਸਮਝ ਕੇ ਸੰਸਾਰਕ ਅਬਜਸ ਤੋਂ ਉਤਾਹਾ ਰਹੇਗਾ। ਧੀਰਜ ਅਤੇ ਵਿਵੇਕ ਬੁੱਧੀ ਵਾਲੇ ਗਿਆਨ ਦੁਆਰਾ ਉਹ ਆਪਣੇ ਅੰਦਰੋਂ ਹੋਰ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਢਾਂਦੇ ਕਲਾਂ ਤੋਂ ਬਚਾ ਕੇ ਰੱਖੇਗਾ। ਕਿਰਪਾਨਧਾਰੀ ਹੋਣਾ ਸੁਤੰਤਰਤਾ ਦਾ ਚਿੰਨ੍ਹ ਹੈ। ਇਹ ਸਿੱਖ ਦੇ ਸੁਤੰਤਰਤਾ ਜੀਵਨ ਦਾ ਪ੍ਰਤੀਕ ਹੈ। ਕਿਰਪਾਨ ਉਸ ਸੁਤੰਤਰਤਾ ਦੀ ਨਿਸ਼ਾਨੀ ਹੈ ਜੋ ਹਰ ਥਾਂ ਹਰ ਸਮੇਂ ਅੰਦਰੋਂ ਆਜ਼ਾਦ ਜੀਵਨ ਦੇ ਬਾਰੇ ਜਾਬਰ ਤੇ ਇਹ ਨਾ ਮੰਨਣ ਦੀ ਹਮੇਸ਼ਾ ਚੇਤਾਵਨੀ ਦਿੰਦੀ ਹੈ। ਇਹ ਸਿੱਖ ਨੂੰ ਹਮੇਸ਼ਾ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ ਜਿਸ ਨੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਈਨ ਨਹੀਂ ਮੰਨੀ। ਸਿੱਖ ਦੀ ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਿੱਖ ਕਦੀ ਵੀ ਗੁਲਾਮੀ ਵਾਲਾ ਜੀਵਨ ਨਹੀਂ ਜੀਵਣਾ ਪ੍ਰਵਾਨ ਕਰੇਗਾ, ਭਾਵੇਂ ਇਹ ਗੁਲਾਮੀ ਰਾਜਸੀ ਹੋਵੇ, ਸਮਾਜਿਕ, ਆਰਥਿਕ ਹੋਵੇ ਜਾਂ ਭਾਈਚਾਰਕ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਅਣਖ ਨੂੰ ਕਾਇਮ ਰੱਖੀਏ ਤਾਂ ਅਸੀਂ ਆਪਣੀ ਕਿਰਪਾਨ ਨੂੰ ਜ਼ਰੂਰ ਧਾਰਨ ਕਰੀਏ। ਸ਼ਸਤਰ ਧਾਰਨ ਕਰਨ ਵਿੱਚ ਗੁਰੂ ਪਾਤਸ਼ਾਹ ਦੀ ਖੁਸ਼ੀ ਹੈ। ਜਦੋਂ ਗੁਰੂ ਜੀ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਬਾਰੇ ਹੁਕਮ ਤੇ ਬਿਆਨ ਕਰਦੇ ਹੋਏ ਕਿਹਾ ਸੀ, ਜਿਹਦਾ ਚਿੱਤਰਣ ਸੰਤੋਖ ਸਿੰਘ ਜੀ ਨੇ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਵਰਣਨ ਕੀਤਾ ਹੈ। ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਜਿਸ ਸਮੇਂ ਦੇਸ਼ ਅੰਦਰ ਬਹੁ ਗਿਣਤੀ ਨੂੰ ਪ੍ਰਗਟ ਤੌਰ ਤੇ ਆਪਣੇ ਧਰਮ ਕਰਮ ਦੀ ਖੁੱਲ੍ਹ ਨਹੀਂ ਸੀ, ਜਦੋਂ ਹਿੰਦੂਆਂ ਦੇ ਮੰਦਰਾਂ, ਤੀਰਥਾਂ, ਬ੍ਰਾਹਮਣ, ਗਊ ਆਦਿ ਦੇ ਟੈਕਸ ਲਾਇਆ ਜਾਂਦਾ ਸੀ, ਜਦੋਂ ਉਹਨਾਂ ਨੂੰ ਕੋਈ ਜ਼ੁਲਮ ਆਦਿ ਕੱਢਣਾ, ਬਾਜਾ ਵਜਾਉਣਾ, ਘੋੜੇ 'ਤੇ ਚੜ੍ਹਨਾ, ਕਿਸੇ ਪ੍ਰਕਾਰ ਦਾ ਵਿਹਾਰ ਸ਼ਸਤਰ ਆਦਿ ਲਈ ਮਨਾਹੀ ਸੀ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹਦਾ ਸਵੇਰੇ ਸ਼ਾਮ ਰਣਜੀਤ ਨਗਾਰਾ ਵੱਜਦਾ ਸੀ ਅਤੇ ਸਿੱਖਾਂ ਨੂੰ ਮਿਲਣ ਵਾਲੇ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਸਨ। ਸਿੱਖਾਂ ਲਈ ਘੋੜੇ ਅਤੇ ਸ਼ਸਤਰ ਹੁਕਮ ਦੇਣਾ ਅਤੇ ਸਭ ਤੋਂ ਵੱਧ ਕਿਰਪਾਨ ਨੂੰ ਸਿੱਖੀ ਦਾ ਜ਼ਰੂਰੀ ਅੰਗ ਬਣਾ ਦੇਣਾ ਗੁਲਾਮੀ ਵਾਲੀ ਦਸ਼ਾ ਵਿਰੁੱਧ ਇੱਕ ਬਹੁਤ ਵੱਡੀ ਬਗਾਵਤ ਸੀ। ਇਸੇ ਤਰ੍ਹਾਂ ਲੱਖ ਦੁਆਲੇ ਪਹਿਰਿਆ ਹੋਇਆ ਕਛਹਿਰਾ ਜਿੱਥੇ ਨੰਗੇਜ ਨੂੰ ਪੂਰੀ ਤਰ੍ਹਾਂ ਢੱਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉੱਚਾ ਤੇ ਸੁੱਚਾ ਰੱਖਣਾ ਹੈ। ਇਹ ਪੰਜ ਕਕਾਰ ਜਿੱਥੇ ਸਰੀਰ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਨ ਕਰਨ ਵਾਲੇ ਹਨ, ਉੱਥੇ ਇਹਨਾਂ ਨੂੰ ਪਹਿਨਣ ਨਾਲ ਸੁਤੰਤਰਤਾ ਮਿਲਦੀ ਹੈ, ਜੋ ਰੂਪ ਸਿੱਖ ਦੇ ਗੁਰੂ ਦਾ ਰੂਪ ਹੈ। ਇਹ ਪੰਜ ਕਕਾਰ ਗੁਰੂ ਦੀ ਦੇਣ ਹਨ, ਜਿਸ ਲਈ ਸਿੱਖਾਂ ਨੂੰ ਇਹਨਾਂ ਨੂੰ ਪਿਆਰਦਾ ਹੈ ਅਤੇ ਆਪਣੇ ਅੰਗ ਸੰਗ ਰੱਖਦਾ ਹੈ। ਸਿੱਖ ਨੇ ਕਕਾਰ ਇਸ ਲਈ ਵੀ ਪਹਿਨਣੇ ਹਨ ਕਿਉਂਕਿ ਇਹ ਸਾਡੇ ਗੁਰੂ ਦਾ ਹੁਕਮ ਹੈ, ਕਿਉਂਕਿ ਗੁਰੂ ਜੀ ਦੀ ਪ੍ਰਸੰਨਤਾ ਇਹਨਾਂ ਨੂੰ ਪਹਿਨਣ ਵਿੱਚ ਹੈ। ਇਸ ਲਈ ਸਿੱਖ ਨੇ ਕਕਾਰਾਂ ਦਾ ਤਿਆਗ ਨਹੀਂ ਕਰਨਾ। ਗੁਰੂ ਜੀ ਦੀ ਪ੍ਰਸੰਨਤਾ ਲੈਣ ਲਈ ਜਿੱਥੇ ਅਸੀਂ ਪੰਜ ਕਕਾਰਾਂ ਦਾ ਧਾਰੀ ਬਣਨਾ ਹੈ, ਪੰਜ ਕਕਾਰਾਂ ਨੂੰ ਸਜਾਉਣਾ ਹੈ, ਉਸ ਦੇ ਨਾਲ ਆਪਣੇ ਬੋਲ, ਢੋਲ ਤੇ ਵਰਤਨ ਵਿਹਾਰ ਨੂੰ ਵੀ ਗੁਰੂ ਹੁਕਮਾਂ ਦੇ ਅਨੁਸਾਰ ਬਣਾਉਣੇ ਦੀ ਬਹੁਤ ਜ਼ਰੂਰਤ ਹੈ। ਇਹ ਸਾਡਾ ਬਾਹਰਲਾ ਸਰੂਪ ਤਾਂ ਖਾਲਸੇ ਵਾਲਾ ਹੈ, ਪਰ ਅੰਦਰ ਖਾਲਸੇ ਵਾਲੇ ਗੁਣ ਨਹੀਂ, ਤਾਂ ਉਹ ਗੁਣ ਜਿਨ੍ਹਾਂ ਗੁਣਾਂ ਲਈ ਇਹ ਪੰਜ ਕਕਾਰ ਸਾਨੂੰ ਬਖਸ਼ੇ ਗਏ ਹਨ, ਜੇ ਸਾਡੇ ਜੀਵਨ ਅੰਦਰ ਨਹੀਂ ਤਾਂ ਹੁਣ ਸਾਡਾ ਬਾਹਰਲਾ ਬਾਣਾ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਅਤੇ ਭੇਖੀ ਮਨੁੱਖ ਵਾਸਤੇ ਗੁਰੂ ਦੇ ਚਰਨਾਂ ਵਿੱਚ ਕੋਈ ਥਾਂ ਨਹੀਂ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਇੱਕ ਉਦਾਹਰਣ ਲੈਂਦੇ ਹਾਂ। ਹਰ ਦੇਸ਼ ਤਥਾ ਹੁਕੂਮਤ ਦਾ ਆਪਣਾ ਆਪਣਾ ਸਿੱਕਾ ਹੁੰਦਾ ਹੈ, ਇਸ ਉੱਪਰ ਸੰਬੰਧਿਤ ਬਾਦਸ਼ਾਹ ਦਾ ਰਾਜ ਵੀ ਪ੍ਰਮਾਣਿਤ ਮੋਹਰ ਹੁੰਦੀ ਹੈ। ਜੇਕਰ ਅਜਿਹੀ ਮੋਹਰ ਸਿੱਕੇ ਉੱਤੇ ਨਾ ਉਕਰੀ ਹੋਵੇ ਤਾਂ ਉਸ ਸਿੱਕੇ ਦਾ ਕੋਈ ਮੁੱਲ ਨਹੀਂ ਪੈਂਦਾ। ਸਿੱਕੇ 'ਤੇ ਲੱਗੀ ਹੋਈ ਮੋਹਰ ਸਿੱਕੇ ਦੀ ਫੇਸ ਵੈਲਿਊ ਨਜ਼ਰ ਆਉਂਦੀ ਹੈ। ਇਸ ਮੋਹਰ ਨੂੰ ਸਾਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਦੇਸ਼ ਅੰਦਰ ਜਿੱਥੇ ਵੀ ਇਹ ਲਿਜਾਇਆ ਜਾਵੇਗਾ ਉਹ ਆਪਣਾ ਮੁੱਲ ਪਾਵੇਗਾ। ਪਰ ਕਈ ਵਾਰ ਸਿੱਕੇ ਦੀ ਮੋਹਰ ਠੀਕ ਨਹੀਂ ਹੁੰਦੀ, ਫਿਰ ਵੀ ਉਸ ਨੂੰ ਖੋਟਾ ਕਹਿ ਦੇ ਕੇ ਮੋੜ ਦਿੱਤਾ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਪ੍ਰਮਾਣਿਤ ਮਿਣਤੀ ਦਾ ਸੋਨੇ ਜਾਂ ਚਾਂਦੀ ਨਹੀਂ ਹੁੰਦਾ। ਇਸੇ ਕਰਕੇ ਸਿੱਕੇ ਦੀ ਵੈਲਿਊ ਨੂੰ ਸਮਝੋ। ਜੇ ਉਹੀ ਸਿੱਕਾ ਪ੍ਰਵਾਨ ਚੜ੍ਹਦਾ ਹੈ ਜਿਸ ਦੀ ਮੋਹਰ ਠੀਕ ਹੋਵੇ, ਉਸ ਨੂੰ ਬਣਾਉਣ ਵਾਲੀ ਵਰਤੀ ਗਈ ਧਾਤ ਵੀ ਪੂਰੀ ਤਰ੍ਹਾਂ ਮਾਤਰਾ ਵਿੱਚ ਸ਼ੁੱਧ ਹੋਵੇ। ਠੀਕ ਇਸੇ ਤਰ੍ਹਾਂ ਗੁਰੂ
ਗੁਰੂ ਦੇ ਸਿੱਖਾਂ ਵਾਸਤੇ ਬਾਣਾ ਅਤੇ ਬਾਣੀ ਬਹੁਤ ਜ਼ਰੂਰੀ ਹੈ। ਬਾਣਾ ਖਾਲਸੇ ਪੰਥ ਦੀ ਜਥੇਬੰਦੀ ਦਾ ਸ਼ਿੰਗਾਰ ਹੈ। ਬਾਣਾ ਇਸ ਦੀ ਆਤਮਾ ਦਾ ਆਧਾਰ ਹੈ। ਜਿਵੇਂ ਕਿਸੇ ਸਰੀਰ ਦੀ ਸ਼ੋਭਾ ਆਤਮਾ ਨਾਲ ਹੈ, ਤਿਵੇਂ ਸਿੱਖ ਦੀ ਜੀਵਨ ਲਈ ਗੁਰੂ ਦਾ ਬਾਣਾ ਅਤੇ ਗੁਰੂ ਦੀ ਬਾਣੀ ਜ਼ਰੂਰੀ ਹੈ। ਜੋ ਬਾਣਾ ਤਾਂ ਖਾਲਸੇ ਵਾਲਾ ਰੱਖਦਾ ਹੋਵੇ ਪਰ ਅੰਦਰ ਸਿੱਖੀ ਜੀਵਨ ਦੀ ਲਾਗ ਨਹੀਂ, ਅੰਮ੍ਰਿਤਧਾਰੀ ਗੁਰਸਿੱਖਾਂ ਵਾਸਤੇ ਵਾਲੇ ਗੁਣ ਨਹੀਂ, ਤਦੋਂ ਐਸਾ ਬਾਣਾ ਨਿਰਪੇਖ ਬਣ ਜਾਂਦਾ ਹੈ। ਜਿਸ ਤਰ੍ਹਾਂ ਜਿਨ੍ਹਾਂ ਅੰਦਰ ਬਾਣੀ ਦਾ ਆਧਾਰ ਤਾਂ ਹੈ ਪਰੰਤੂ ਸਿੱਖਾਂ ਵਾਲਾ ਬਾਣਾ ਅਥਵਾ ਰੂਪ ਨਹੀਂ ਹੈ, ਤਾਂ ਉਹ ਪ੍ਰਵਾਨਿਤ ਸਰਕਾਰੀ ਮੋੜ ਤੋਂ ਬਿਨਾਂ ਉਸ ਸਿੱਕੇ ਦੀ ਨਿਆਈ ਹੈ ਜੋ ਖਾਲਸਾ ਜਥੇਬੰਦੀ ਅੰਦਰ ਆਪਣਾ ਮੁੱਲ ਨਹੀਂ ਪਵਾ ਸਕਦਾ। ਇਸ ਲਈ ਗੁਰੂ ਦੇ ਸਿੱਖਾਂ ਲਈ ਗੁਰੂ ਦੀ ਬਾਣੀ ਤੇ ਗੁਰੂ ਦਾ ਬਾਣਾ ਦੋਨੋਂ ਹੀ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਜਾਗਤ ਜੋਤ ਜਪੇ ਨਿਸਬਾਸ, ਏਕ ਬਿਨਾ ਮਨ ਮਹਿਕ ਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, व्रत गोर मणि मट भूल न माने, तीरथ नान दया तप संजम, एक बिना न एक पछाने, पूरन जोत जगे कट में, तब खालस ताहे न खालस जाने। अपने अंदर पूरन जोत दा पैदा करना ही खालसा होना है। वाहिगुरू जी का खालसा, वाहिगुरू जी की फतेह।